ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 11 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 10 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ MCQ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਕਿਹੜਾ ਸਾਗਰ ਏਸ਼ੀਆ ਅਤੇ ਅਫਰੀਕਾ ਨੂੰ ਅਲੱਗ ਕਰਦਾ ਹੈ? ਵਿਚ ਸੀ ਸੈਪਰੇਟਸ ਏਸ਼ੀਆ ਐਂਡ ਅਫਰੀਕਾ? ਰੈੱਡ ਸੀ, ਬਲੈਕ ਸੀ, ਡੈਡ ਸੀ ਜਾਂ ਇੰਡੀਅਨ ਓਸ਼ਨ? ਤਾਂ ਉਹ ਕਿਹੜਾ ਸਾਗਰ ਹੈ ਜਿਹੜਾ ਏਸ਼ੀਆ ਅਤੇ ਅਫਰੀਕਾ ਨੂੰ ਅਲੱਗ-ਅਲੱਗ ਕਰਦਾ ਹੈ? ਏਸ਼ੀਆ ਅਤੇ ਅਫਰੀਕਾ ਕੰਟੀਨੈਂਟ ਨੂੰ ਅਲੱਗ-ਅਲੱਗ ਕਰਦਾ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊ, ਰੈੱਡ ਸੀ। ਠੀਕ ਹੈ ਜੀ। ਤਾਂ ਲਾਲ ਸਾਗਰ ਹੈ ਉਹ, ਰੈੱਡ ਸੀ ਉਹਨੂੰ ਆਪਾਂ ਕਹਿੰਦੇ ਹਾਂ, ਜਿਹੜਾ ਕਿ ਏਸ਼ੀਆ ਅਤੇ ਅਫਰੀਕਾ ਨੂੰ ਅਲੱਗ ਕਰਦਾ ਹੈ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਜਿਹੜੀ ਆਪਣੀ ਸੀਰੀਜ਼ ਹੈ, ਇਹਦੇ ਵਿੱਚ ਆਪਾਂ ਸਟੈਟਿਕ ਜੀਕੇ ਤੁਹਾਡੀ ਕਵਰ ਕਰਵਾ ਰਹੇ ਹਾਂ। ਤਾਂ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ, ਕਿਉਂਕਿ ਪੋਲਿਟੀ, ਹਿਸਟਰੀ, ਜੋਗਰਾਫੀ ਪੜ੍ਹਨ ਤੋਂ ਪਹਿਲਾਂ ਤੁਹਾਡੀ ਸਟੈਟਿਕ ਜੀਕੇ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਟੈਟਿਕ ਜੀਕੇ ਹੈ ਜਿਹੜੀ, ਇਹ ਹਰ ਇੱਕ ਪੇਪਰ ਦੇ ਵਿੱਚ ਇਹਦੇ 1-2 ਸਵਾਲ ਜਾਂ 4-5 ਸਵਾਲ ਤੁਹਾਨੂੰ ਮਿਲਦੇ ਨੇ ਦੇਖਣ ਨੂੰ ਹਰ ਇੱਕ ਪੇਪਰ ਦੇ ਵਿੱਚ। ਠੀਕ ਹੈ ਜੀ। ਤਾਂ ਕਰਕੇ ਤੁਹਾਡੀ ਸਟੈਟਿਕ ਜੀਕੇ ਹੈ ਜਿਹੜੀ ਉਹ ਪਹਿਲਾਂ ਕਵਰ ਹੋਣੀ ਜ਼ਰੂਰੀ ਹੈ। ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪੈਰੀਆਰ ਨਦੀ ਕਿੱਥੇ ਵਹਿੰਦੀ ਹੈ? ਵੇਅਰ ਇਜ਼ ਦੀ ਪੈਰੀਆਰ ਰਿਵਰ ਫਲੋਜ਼? ਕਰਨਾਟਕਾ, ਕੇਰਲਾ, ਬਿਹਾਰ ਜਾਂ UP? ਤਾਂ ਜਿੰਨੇ ਵੀ ਨਦੀਆਂ ਨੇ, ਠੀਕ ਹੈ ਜੀ, ਜੋਗਰਾਫੀ ਦੇ ਨਾਲ ਜਿੰਨੇ ਵੀ ਰਿਲੇਟਡ ਕੁਐਸਚਨ ਨੇ ਉਹ ਵੀ ਤੁਹਾਡੇ ਕਲੀਅਰ ਹੋਣੇ ਚਾਹੀਦੇ ਨੇ। ਤਾਂ ਇਹਦੇ ਵਿੱਚ ਆਪਾਂ ਰੈਂਡਮਲੀ ਹਰ ਇੱਕ ਟੌਪਿਕ ਦੇ ਵਿੱਚੋਂ ਕੁਐਸਚਨ ਤੁਹਾਡੇ ਲਈ ਲੈ ਕੇ ਆਉਣੇ ਆ, ਜਿਵੇਂ ਕਿ ਕੰਪਿਊਟਰ ਹੋਇਆ, ਸਾਇੰਸ ਹੋਈ। ਠੀਕ ਹੈ ਜੀ। ਤਾਂ ਹਰ ਇੱਕ ਜਿਹੜਾ ਵੀ ਤੁਹਾਡਾ ਸਬਜੈਕਟ ਹੈ, ਜਿਹੜਾ ਕਿ ਸਟੈਟਿਕ ਜੀਕੇ ਦੇ ਕੁਐਸਚਨ ਜਿਹੜੇ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ, ਉਹ ਆਪਾਂ ਤੁਹਾਡੇ ਇਹਦੇ ਵਿੱਚ ਕਲੀਅਰ ਕਰਵਾਵਾਂਗੇ। ਤਾਂ ਪੈਰੀਆਰ ਨਦੀ ਜਿਹੜੀ ਵਹਿੰਦੀ ਹੈ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦਾ ਆਨਸਰ ਨੰਬਰ 2 ਆਊਗਾ, ਕੇਰਲਾ ਦੇ ਵਿੱਚ। ਠੀਕ ਹੈ ਜੀ। ਤਾਂ ਕੇਰਲਾ ਦੇ ਵਿੱਚ ਵਹਿੰਦੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਪੈਰੀਆਰ ਨਦੀ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਇਹ। ਠੀਕ ਹੈ ਜੀ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਸਟੈਟਿਕ ਜੀਕੇ ਦੇ ਵਿੱਚੋਂ, ਤਾਂ ਇਹ ਤੁਹਾਡੇ ਕਵਰ ਹੋਣੇ ਜ਼ਰੂਰੀ ਨੇ। ਤਾਂ ਕੇਰਲਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਵਿੱਚ ਕੁੱਲ ਕਿੰਨੀਆਂ ਯੂਨੈਸਕੋ ਵਰਲਡ ਹੈਰੀਟੇਜ ਸਾਈਟਸ ਹਨ? ਹਾਊ ਮੈਨੀ ਟੋਟਲ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਇਨ ਇੰਡੀਆ? ਤਾਂ ਇਹ ਆਪਣਾ 2023 ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰੀਸੈਂਟਲੀ 2023 ਦੇ ਵਿੱਚ ਕਿੰਨੀਆਂ ਹੈਰੀਟੇਜ ਸਾਈਟ ਨੇ, ਵਰਲਡ ਹੈਰੀਟੇਜ ਸਾਈਟ ਆਪਣੇ ਇੰਡੀਆ ਦੇ ਵਿੱਚ। ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾਊਗਾ, ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਆਪਣੇ ਲਈ। ਠੀਕ ਹੈ ਜੀ। ਤਾਂ ਇਹਦਾ ਆਊਗਾ ਆਨਸਰ ਨੰਬਰ 1, 40 ਨੇ। ਠੀਕ ਹੈ ਜੀ। ਤਾਂ 40 ਜਿਹੜੀਆਂ ਆਪਣੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਆਪਣੇ ਇੰਡੀਆ ਦੇ ਵਿੱਚ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ। ਇਹਨਾਂ ਬਾਰੇ ਤੁਸੀਂ ਗੂਗਲ ਦੇ ਉੱਤੇ ਸਰਚ ਮਾਰ ਕੇ ਇੱਕ ਸਾਈਟ ਬਾਰੇ ਤੁਸੀਂ ਪੜ੍ਹ ਸਕਦੇ ਹੋ, ਯੂਨੈਸਕੋ ਵਰਲਡ ਹੈਰੀਟੇਜ ਸਾਈਟ। ਠੀਕ ਹੈ ਜੀ। ਤਾਂ ਆਨਸਰ ਨੰਬਰ ਇਹਦਾ 1 ਆਊਗਾ। ਆਪਣੇ ਜਿਹੜੀਆਂ ਰੀਸੈਂਟਲੀ ਨੇ, ਤਾਂ ਇਹ 40 ਆਪਣੇ ਵਰਲਡ ਹੈਰੀਟੇਜ ਸਾਈਟ ਨੇ ਯੂਨੈਸਕੋ ਦੀਆਂ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਗ੍ਰਹਿ ਗੈਸਾਂ ਨਾਲ ਭਰਪੂਰ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਦੀ ਗੈਸ ਗੇਨਡ ਪਲੈਨਟ? ਠੀਕ ਹੈ ਜੀ। ਤਾਂ ਇਹ ਗੈਸਾਂ ਤੋਂ ਬਣੇ ਹੋਏ, ਯਾਨੀ ਕਿ ਇੱਥੇ ਜ਼ਿਆਦਾਤਰ ਇੱਥੇ ਗੈਸਾਂ ਹੀ ਪਾਈਆਂ ਜਾਂਦੀਆਂ। ਠੀਕ ਹੈ ਜੀ। ਤਾਂ ਪਲੈਨਟ ਬਾਰੇ, ਇਹ ਜਿਹੜਾ ਸੋਲਰ ਸਿਸਟਮ ਦਾ ਪਾਰਟ ਹੈ ਤੁਹਾਡਾ, ਇਹਦੇ ਵਿੱਚੋਂ ਹਰ ਵਾਰ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ। ਠੀਕ ਹੈ ਜੀ। ਇਹ ਤੁਹਾਡਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇਸ ਸੈਸ਼ਨ ਦੇ ਵਿੱਚ ਮੈਂ ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਹੈ ਮੈਂ ਕਾਫੀ ਇਹਦੇ ਵਿੱਚ ਰੱਖੇ ਹੋਏ ਨੇ। ਠੀਕ ਹੈ ਜੀ। ਤਾਂ ਇਹ ਵੀ ਤੁਸੀਂ ਨਾਲ ਦੀ ਨਾਲ ਕਵਰ ਕਰ ਲੈਣੇ ਆ। ਤਾਂ ਇਹਨਾਂ ਵਿੱਚੋਂ ਉਹ ਕਿਹੜਾ ਗ੍ਰਹਿ ਹੈ ਜਿਹਨੂੰ ਆਪਾਂ ਗੈਸ ਗੇਨਡ ਪਲੈਨਟ ਕਹਿੰਦੇ ਹਾਂ? ਠੀਕ ਹੈ ਜੀ। ਤਾਂ ਪਹਿਲੀ ਗੱਲ ਤਾਂ ਤੁਹਾਨੂੰ ਸਾਰੇ ਪਲੈਨਟ ਪਤਾ ਹੋਣੇ ਚਾਹੀਦੇ ਨੇ, ਸਨ ਤੋਂ ਬਾਅਦ ਜਿਹੜੇ ਆਉਂਦੇ ਨੇ। ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਕਿਵੇਂ ਯਾਦ ਕਰ ਸਕਦੇ ਹੋ? ਸਭ ਤੋਂ ਪਹਿਲਾਂ ਕਿਹੜਾ ਹੁੰਦਾ ਹੈ? ਮੈਰਕਰੀ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਆਪਣਾ ਵੀਨਸ, ਉਸ ਤੋਂ ਬਾਅਦ ਆਉਂਦੀ ਹੈ ਆਪਣੀ ਅਰਥ, ਉਸ ਤੋਂ ਬਾਅਦ ਆਉਂਦਾ ਆਪਣਾ ਮਾਰਸ। ਠੀਕ ਹੈ ਜੀ।
ਤਾਂ ਬੁੱਧ, ਸ਼ੁੱਕਰ, ਪ੍ਰਿਥਵੀ, ਮੰਗਲ। ਠੀਕ ਹੈ ਜੀ, ਪਹਿਲੇ 4 ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਇਹਨਾਂ ਨੂੰ ਆਪਾਂ ਟੈਰੇਸਟੋਰੀਅਲ ਪਲੈਨਟ ਕਹਿੰਦੇ ਆ, ਜਾਂ ਇਹ ਰੌਕ ਜਾਂ ਮੈਟਲ ਤੋਂ ਬਣੇ ਹੋਏ ਨੇ। ਠੀਕ ਹੈ ਜੀ, ਰੌਕ ਜਾਂ ਮੈਟਲ ਤੋਂ ਬਣੇ ਹੋਏ ਪਲੈਨਟ ਨੇ ਇਹ, ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜੇ ਪਹਿਲੇ 4 ਨੇ, ਤਾਂ ਇਸ ਤੋਂ ਜਿਹੜੇ ਅਗਲੇ 4 ਪਲੈਨਟ ਆਪਣੇ ਆਉਂਦੇ ਨੇ, ਉਹ ਆਉਂਦੇ ਨੇ ਜੂਪੀਟਰ। ਠੀਕ ਹੈ ਜੀ, ਉਸ ਤੋਂ ਬਾਅਦ ਆਉਂਦਾ ਆਪਣਾ ਸੈਟਰਨ, ਉਸ ਤੋਂ ਬਾਅਦ ਆਉਂਦਾ ਆਪਣਾ ਯੂਰੇਨਸ, ਉਸ ਤੋਂ ਬਾਅਦ ਆਉਂਦਾ ਆਪਣਾ ਨੈਪਚੂਨ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਸਾਰੇ ਜਿਹੜੇ ਪਲੈਨਟ ਨੇ ਇਹ ਆਪਣੇ ਗੈਸ ਗੇਨ ਪਲੈਨਟ ਨੇ, ਜਿਹੜੇ ਕਿ ਗੈਸਾਂ ਦੇ ਨਾਲ ਬਣੇ ਹੋਏ ਨੇ। ਤਾਂ ਇਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਹੋ MVEMJSUN। ਠੀਕ ਹੈ ਜੀ, MVEMJSUN। ਤਾਂ ਇਹ ਜਿਹੜੇ ਚਾਰੋਂ ਪਲੈਨਟ ਨੇ ਇਹ ਆਪਣੇ ਗੈਸ ਗੇਨ ਪਲੈਨਟ ਨੇ। ਤਾਂ ਹੁਣ ਤੁਹਾਡਾ ਆਨਸਰ ਕਰਨਾ ਤੁਹਾਡੇ ਲਈ ਆਸਾਨ ਹੋ ਜਾਊਗਾ। ਠੀਕ ਹੈ ਜੀ, ਤਾਂ ਇਹਨਾਂ 'ਚੋਂ ਜਿਹੜਾ ਗੈਸ ਗੇਨ ਪਲੈਨਟ ਆ ਉਹ ਕਿਹੜਾ ਹੈ, ਤਾਂ ਉਹ ਆਪਣਾ ਜੂਪੀਟਰ। ਠੀਕ ਹੈ ਜੀ, ਜੂਪੀਟਰ ਆਪਣੇ ਸੋਲਰ ਸਿਸਟਮ ਦਾ ਸਭ ਤੋਂ ਵੱਡਾ ਜਿਹੜਾ ਆਪਾਂ ਗ੍ਰਹਿ ਕਹਿ ਸਕਦੇ ਹਾਂ, ਸਭ ਤੋਂ ਬਿਗੇਸਟ ਪਲੈਨਟ ਹੈ ਇਹ। ਠੀਕ ਹੈ ਜੀ, ਜੂਪੀਟਰ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦੀ ਇੱਕ ਸੈਟੇਲਾਈਟ ਹੈ, ਉਹਦਾ ਨਾਮ ਹੈ ਗੈਨੀਮੇਡ। ਠੀਕ ਹੈ ਜੀ, ਗੈਨੀਮੇਡ ਇਹਦੀ ਇੱਕ ਸੈਟੇਲਾਈਟ ਹੈ, ਤਾਂ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਗੈਨੀਮੇਡ ਨੂੰ ਪੂਰੇ ਮਤਲਬ ਸੋਲਰ ਸਿਸਟਮ ਦੀ ਸਭ ਤੋਂ ਵੱਡੀ ਸੈਟੇਲਾਈਟ ਕਿਹਾ ਜਾਂਦਾ। ਇਹਦਾ ਮੂਨ ਵੀ ਕਿਹਾ ਜਾਂਦਾ ਉਹਨੂੰ। ਆਪਾਂ ਜ਼ਿਆਦਾਤਰ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਕਿ ਜੂਪੀਟਰ ਦਾ ਕਿਹੜਾ ਉਹ ਮੂਨ ਹੈ ਜਿਹੜਾ ਸੋਲਰ ਸਿਸਟਮ ਦਾ ਸਭ ਤੋਂ ਵੱਡਾ ਮੂਨ ਹੈ, ਤਾਂ ਉਹ ਹੈ ਗੈਨੀਮੇਡ। ਤਾਂ ਜੂਪੀਟਰ ਦਾ ਵੀ ਇਹ ਸਭ ਤੋਂ ਵੱਡੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਪਗ੍ਰਹਿ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਹਾਂ ਸੈਟੇਲਾਈਟ। ਠੀਕ ਹੈ ਜੀ, ਤਾਂ ਇਹ ਪੂਰੇ ਸੋਲਰ ਸਿਸਟਮ ਦੀ ਵੀ ਸਭ ਤੋਂ ਵੱਡੀ ਸੈਟੇਲਾਈਟ ਹੈ ਗੈਨੀਮੇਡ। ਇਹ ਜੂਪੀਟਰ ਦੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਇੰਪੋਰਟੈਂਟ ਇਹ ਤੁਹਾਡੇ ਲਈ ਬਣ ਜਾਂਦਾ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਗ੍ਰਹਿ ਧਰਤੀ ਦੀ ਭੈਣ ਵਜੋਂ ਜਾਣਿਆ ਜਾਂਦਾ? ਵਿਚ ਆਫ ਦੀ ਫੋਲੋਇੰਗ ਪਲੈਨਟ ਇਜ਼ ਕਾਲਡ ਸਿਸਟਰ ਆਫ ਅਰਥ? ਜੂਪੀਟਰ, ਮੈਰਕਰੀ, ਅਰਥ ਜਾਂ ਵੀਨਸ? ਤਾਂ ਅਰਥ ਦਾ ਇਹਦਾ ਆਨਸਰ ਆਵੇਗਾ ਹੀ ਨਹੀਂ, ਕਿਉਂਕਿ ਅਰਥ ਦਾ ਤਾਂ ਆਪਾਂ ਨੂੰ ਪੁੱਛਿਆ ਗਿਆ। ਠੀਕ ਹੈ ਜੀ, ਕਿ ਕਿਹੜੇ ਪਲੈਨਟ ਨੂੰ ਧਰਤੀ ਦੀ ਸਿਸਟਰ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਇਹਨੂੰ ਸਿਸਟਰ ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਹੂਬਹੂ ਜਿਹੜਾ ਇਹ ਧਰਤੀ ਦੇ ਨਾਲ ਮਿਲਦਾ ਜੁਲਦਾ, ਮਤਲਬ ਇਹਦਾ ਸਾਈਜ਼ ਵੀ ਉਨਾ ਹੀ ਹੈ। ਠੀਕ ਹੈ ਜੀ, ਤਾਂ ਦੇਖਣ ਦੇ ਵਿੱਚ ਇਹ ਧਰਤੀ ਵਾਂਗੂ ਲੱਗਦਾ, ਤਾਂ ਕਰਕੇ ਇਹਨੂੰ ਟਵਿਨ ਸਿਸਟਰ ਕਿਹਾ ਜਾਂਦਾ। ਠੀਕ ਹੈ ਜੀ, ਜੁੜਵਾ ਭੈਣ ਜਾਂ ਭੈਣ ਵੀ ਓਨਲੀ ਸਿਸਟਰ ਵੀ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਇਹ ਕੁਐਸਚਨ ਆਇਆ ਬਹੁਤ ਵਾਰ, ਇਹ ਪੁੱਛਿਆ ਗਿਆ। ਤਾਂ ਇਹਦੇ ਵਿੱਚ ਤੁਸੀਂ ਉਲਝੋ ਨਾ। ਇਹਦਾ ਜਿਹੜਾ ਆਨਸਰ ਆਉਣਾ 4 ਵੀਨਸ। ਠੀਕ ਹੈ ਜੀ, ਵੀਨਸ ਇੱਕ ਇਹੋ ਜਿਹਾ ਗ੍ਰਹਿ ਆ ਜਿਹੜਾ ਕਿ ਹੂਬਹੂ ਧਰਤੀ ਦੇ ਨਾਲ ਮਿਲਦਾ, ਤਾਂ ਕਰਕੇ ਇਹਨੂੰ ਸਿਸਟਰ ਆਫ ਅਰਥ ਕਿਹਾ ਜਾਂਦਾ। ਤਾਂ ਆਨਸਰ ਨੰਬਰ 4 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਗ੍ਰਹਿ ਸਵੇਰ ਦੇ ਤਾਰੇ ਵਜੋਂ ਜਾਣਿਆ ਜਾਂਦਾ? ਵਿਚ ਆਫ ਦੀ ਫੋਲੋਇੰਗ ਪਲੈਨਟ ਇਜ਼ ਕਾਲਡ ਮਾਰਨਿੰਗ ਸਟਾਰ? ਠੀਕ ਹੈ ਜੀ, ਤਾਂ ਮਾਰਨਿੰਗ ਸਟਾਰ ਜਿਹੜਾ ਕਿਹਾ ਜਾਂਦਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹਨੂੰ ਕਿਹਾ ਜਾਂਦਾ ਮਾਰਨਿੰਗ ਸਟਾਰ। ਠੀਕ ਹੈ ਜੀ, ਇਹ ਤੁਹਾਨੂੰ ਪੁੱਛਿਆ ਜਾਊਗਾ। ਤਾਂ ਇਹਦਾ ਆਊਗਾ ਆਨਸਰ ਨੰਬਰ 4। ਤਾਂ ਵੀਨਸ ਹੈ, ਉਹ ਸਭ ਤੋਂ ਫੇਮਸ ਗ੍ਰਹਿ ਹੈ ਇਹ। ਠੀਕ ਹੈ ਜੀ, ਟਵਿਨ ਸਿਸਟਰ ਵੀ ਕਿਹਾ ਜਾਂਦਾ, ਸਿਸਟਰ ਆਫ ਅਰਥ ਵੀ ਕਿਹਾ ਜਾਂਦਾ, ਮਾਰਨਿੰਗ ਸਟਾਰ ਵੀ ਕਿਹਾ ਜਾਂਦਾ, ਇਹਨੂੰ ਈਵਨਿੰਗ ਸਟਾਰ ਵੀ ਇਹਨੂੰ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਇਹ ਤੁਸੀਂ ਇਹਦੇ ਬਾਰੇ ਜਿੰਨੇ ਵੀ ਫੈਕਟ ਹੈ ਯਾਦ ਰੱਖਿਓ। ਤਾਂ ਨੀਚੇ ਮੈਂ ਮੈਂਸ਼ਨ ਵੀ ਕੀਤਾ ਹੈ, ਈਵਨਿੰਗ ਸਟਾਰ ਵੀ ਇਹਨੂੰ ਕਿਹਾ ਜਾਂਦਾ। ਠੀਕ ਹੈ ਜੀ, ਵੀਨਸ ਨੂੰ, ਬਹੁਤ ਇੰਪੋਰਟੈਂਟ ਹੈ। ਤਾਂ ਆਨਸਰ ਨੰਬਰ 4 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਇੱਕ ਬਾਹਰੀ ਗ੍ਰਹਿ ਵਜੋਂ ਜਾਣਿਆ ਜਾਂਦਾ? ਵਿਚ ਆਫ ਦੀ ਫੋਲੋਇੰਗ ਪਲੈਨਟ ਇਜ਼ ਕਾਲਡ ਆਊਟਰ ਪਲੈਨਟ? ਠੀਕ ਹੈ ਜੀ, ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਹੜੇ ਕਿਹੜੇ ਪਲੈਨਟ ਨੇ ਆਪਣੇ MVEMJSUN। ਠੀਕ ਹੈ ਜੀ, ਇਸ ਤਰ੍ਹਾਂ ਇਹਨੂੰ ਯਾਦ ਕਰ ਸਕਦੇ ਹੋ। ਇਹ ਤਾਂ ਹੈਗੇ ਨੇ ਇਨਰ ਪਲੈਨਟ, ਇਹ ਹੈਗੇ ਨੇ ਆਊਟਰ ਪਲੈਨਟ। ਇਹ ਹੈਗੇ ਨੇ ਮੈਰਕਰੀ, ਵੀਨਸ, ਅਰਥ ਅਤੇ ਮਾਰਸ, ਜੂਪੀਟਰ, ਸੈਟਰਨ, ਯੂਰੇਨਸ ਅਤੇ ਨੈਪਚੂਨ। ਠੀਕ ਹੈ ਜੀ, ਤਾਂ ਇਹ ਆਪਣੇ ਇਨਰ ਪਲੈਨਟ ਨੇ, ਕਿਉਂਕਿ ਇਹ ਸੂਰਜ ਦੇ ਸਭ ਤੋਂ ਨੇੜੇ ਨੇ। ਇੱਥੇ ਆਪਣਾ ਸਨ ਹੈ। ਠੀਕ ਹੈ ਜੀ, ਜਿਹੜੇ ਸੂਰਜ ਦੇ ਸਭ ਤੋਂ ਨੇੜੇ ਨੇ ਇਹ ਆਪਣੇ ਇਨਰ ਪਲੈਨਟ ਨੇ, ਇਹ ਆਪਣੇ ਆਊਟਰ ਪਲੈਨਟ ਨੇ। ਇਹ ਆਪਣੇ ਇਨ ਨੇਗੇ। ਠੀਕ ਹੈ ਜੀ, ਤਾਂ ਇਹ ਆਪਣੇ ਆਊਟ ਨੇ। ਇਹ ਆਪਣੇ ਇਨਰ ਪਲੈਨਟ ਨੇ, ਇਹ ਆਪਣੇ ਆਊਟਰ ਪਲੈਨਟ ਨੇ। ਤਾਂ ਇਹਨਾਂ ਵਿੱਚੋਂ ਆਊਟਰ ਪਲੈਨਟ ਹੁਣ ਤੁਸੀਂ ਦੱਸੋ ਕਿ ਕਿਹੜਾ ਹੈਗਾ? ਤਾਂ ਇਹਦਾ ਆਊਗਾ ਆਨਸਰ ਨੰਬਰ 1 ਜੂਪੀਟਰ। ਠੀਕ ਹੈ ਜੀ, ਕਿਉਂਕਿ ਜਿਹੜੇ MVE ਅਤੇ ਇੱਕ ਆਪਣਾ ਮਾਰਸ, MVEM, ਇਹ ਸਾਰੇ ਪਹਿਲੇ ਚਾਰੋਂ ਪਲੈਨਟ ਇਹ ਇਨਰ ਪਲੈਨਟ ਨੇ, ਕਿਉਂਕਿ ਇਹ ਸੂਰਜ ਦੇ ਸਭ ਤੋਂ ਨੇੜੇ ਨੇ। ਤਾਂ ਜਿਹੜਾ ਆਊਟਰ ਹੈ ਉਹ ਹੈ ਆਪਣਾ ਜੂਪੀਟਰ, ਤਾਂ ਇਹ ਸੂਰਜ ਤੋਂ ਸਭ ਤੋਂ ਦੂਰ ਨੇ। ਠੀਕ ਹੈ ਜੀ, ਤਾਂ ਇਹ ਵੀ ਤੁਸੀਂ ਯਾਦ ਰੱਖਿਓ ਕਿ ਜਿਹੜੇ ਸਭ ਤੋਂ ਨੇੜੇ ਨੇ ਇੱਥੇ ਗਰਮੀ ਵੀ ਜ਼ਿਆਦਾ ਹੈ, ਅਤੇ ਜਿਹੜੇ ਸਭ ਤੋਂ ਦੂਰ ਨੇ ਉੱਥੇ ਸਭ ਤੋਂ ਮਾਈਨਸ ਦੇ ਵਿੱਚ ਟੈਂਪਰੇਚਰ ਹੈ, ਜਿੱਥੇ ਕਿ ਬਰਫ਼ਾਂ ਪੈਂਦੀਆਂ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਤਾਂ ਇਹ ਜਿਹੜਾ ਆਊਟਰ ਪਲੈਨਟ ਹੈ ਜੂਪੀਟਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਨੀਲੇ ਗ੍ਰਹਿ ਵਜੋਂ ਜਾਣਿਆ ਜਾਂਦਾ? ਵਿਚ ਆਫ ਦੀ ਫੋਲੋਇੰਗ ਪਲੈਨਟ ਇਜ਼ ਕਾਲਡ ਬਲੂ ਪਲੈਨਟ? ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਪਲੈਨਟਸ ਦੇ ਨਾਮ ਨੇ। ਠੀਕ ਹੈ ਜੀ, ਤੁਹਾਨੂੰ ਪੁੱਛੇ ਜਾਣਗੇ, ਇਹ ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦੇ ਨੇ।
ਤਾਂ ਨੀਲੇ ਗ੍ਰਹਿ ਵਜੋਂ ਕਿਹੜਾ ਗ੍ਰਹਿ ਜਾਣਿਆ ਜਾਂਦਾ ਹੈ? ਜੂਪੀਟਰ, ਮੈਰਕਰੀ, ਅਰਥ ਜਾਂ ਵੀਨਸ। ਇਹਦਾ ਇੱਕ ਰੀਜ਼ਨ ਹੈ ਨੀਲੇ ਹੋਣ ਦਾ। ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 3 ਆਊਗਾ। ਠੀਕ ਹੈ ਜੀ, ਅਰਥ ਹੈ ਆਪਣਾ। ਕਿਉਂ ਨੀਲਾ ਹੈਗਾ? ਕਿਉਂਕਿ ਬਿਕੋਜ਼ ਆਫ ਵਾਟਰ, ਪਾਣੀ ਦੇ ਕਾਰਨ। ਕਿਉਂਕਿ ਇੱਥੇ 71% ਹੈ ਜਿਹੜਾ ਉਹ ਪਾਣੀ ਪਾਇਆ ਜਾਂਦਾ, 71% ਇੱਥੇ ਪਾਣੀ ਪਾਇਆ ਜਾਂਦਾ। ਤਾਂ ਕਰਕੇ ਜਿਹੜਾ ਆਪਣਾ ਅਰਥ ਹੈ ਇਹਨੂੰ ਬਲੂ ਪਲੈਨਟ ਕਿਹਾ ਜਾਂਦਾ। ਬਾਹਰੋਂ ਇਹ ਬਲੂ ਦਿਖਦਾ, ਤਾਂ ਆਨਸਰ ਨੰਬਰ 3 ਆਊਗਾ ਇਹਦਾ। ਠੀਕ ਹੈ ਜੀ, ਤਾਂ ਬਲੂ ਪਲੈਨਟ ਹੈ ਜਿਹੜਾ ਆਪਣਾ ਅਰਥ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸਭ ਤੋਂ ਗਰਮ ਗ੍ਰਹਿ ਹੈ? ਵਿਚ ਆਫ ਦੀ ਫੋਲੋਇੰਗ ਪਲੈਨਟ ਇਜ਼ ਦੀ ਹੌਟੈਸਟ ਪਲੈਨਟ। ਤਾਂ ਇਹ ਆਪਣਾ ਸੂਰਜ ਹੈ। ਠੀਕ ਹੈ ਜੀ, ਆਪਾਂ ਸਟਾਰਟ ਕਿਤੋਂ ਕਰਦੇ ਹਾਂ? ਐਮ ਤੋਂ। ਐਮ ਮਤਲਬ ਮੈਰਕਰੀ। ਤਾਂ ਮੈਰਕਰੀ ਸਭ ਤੋਂ ਨੇੜੇ ਆ। ਠੀਕ ਹੈ ਜੀ, ਤਾਂ ਇਹ 88 ਦਿਨਾਂ ਦੇ ਵਿੱਚ ਆਪਣਾ ਇੱਕ ਚੱਕਰ ਪੂਰਾ ਕਰ ਦਿੰਦਾ ਸੂਰਜ ਦਾ, ਜਿਹੜਾ ਮੈਰਕਰੀ ਹੈ। ਠੀਕ ਹੈ ਜੀ, ਤਾਂ ਕਰਕੇ ਜਿਹੜਾ ਮੈਰਕਰੀ ਹੈ ਇਹ ਸਭ ਤੋਂ ਹੌਟੈਸਟ ਪਲੈਨਟ ਹੈ, ਕਿਉਂਕਿ ਇਹ ਸਭ ਤੋਂ ਪਹਿਲੇ ਨੰਬਰ ਦਾ ਪਲੈਨਟ ਹੈ। ਠੀਕ ਹੈ ਜੀ, ਇਹਨੂੰ ਬੁੱਧ ਕਹਿੰਦੇ ਨੇ ਪੰਜਾਬੀ ਦੇ ਵਿੱਚ। ਠੀਕ ਹੈ ਜੀ, ਬੁੱਧ, ਸ਼ੁੱਕਰ, ਪ੍ਰਿਥਵੀ, ਮੰਗਲ। ਉਸ ਤੋਂ ਬਾਅਦ ਆਉਂਦਾ ਆਪਣਾ ਬ੍ਰਹਿਸਪਤੀ, ਸ਼ਨੀ, ਅਰੁਣ ਤੇ ਵਰੁਣ। ਠੀਕ ਹੈ ਜੀ, ਤਾਂ ਐਵੇਂ ਆਉਂਦੇ ਨੇ। ਤਾਂ ਮੈਰਕਰੀ ਹੈ ਜਿਹੜਾ ਆਪਣਾ ਇਹ ਸਭ ਤੋਂ ਗਰਮ ਪਲੈਨਟ ਹੈ ਅਤੇ ਸੂਰਜ ਦੇ ਸਭ ਤੋਂ ਨੇੜੇ ਵਾਲਾ ਪਲੈਨਟ ਹੈ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸੂਰਜ ਤੋਂ ਦੂਰ ਦਾ ਗ੍ਰਹਿ ਹੈ? ਵਿਚ ਆਫ ਦੀ ਫੋਲੋਇੰਗ ਪਲੈਨਟ ਇਜ਼ ਦੀ ਫਾਰਦੈਸਟ ਪਲੈਨਟ ਫਰੋਮ ਸਨ। ਠੀਕ ਹੈ ਜੀ, ਤਾਂ ਇਹ ਵੀ ਤੁਸੀਂ ਯਾਦ ਰੱਖਿਓ। MVEM ਮਤਲਬ MVEM। ਠੀਕ ਹੈ ਜੀ, ਤਾਂ ਮੈਰਕਰੀ, ਵੀਨਸ, ਅਰਥ ਅਤੇ ਮਾਰਸ। ਠੀਕ ਹੈ ਜੀ, ਮੈਰਕਰੀ, ਵੀਨਸ, ਅਰਥ ਅਤੇ ਮਾਰਸ ਇਹ ਤਾਂ ਹੋ ਗਏ ਇਨਰ ਪਲੈਨਟ। ਇਹ ਸੂਰਜ ਦੇ ਸਭ ਤੋਂ ਨੇੜੇ ਨੇ। ਠੀਕ ਹੈ ਜੀ, ਅਤੇ ਇਸ ਤੋਂ ਬਾਅਦ ਆ ਕੇ ਆਪਣੇ JSU ਅਤੇ N। ਤਾਂ ਸਭ ਤੋਂ ਫਾਰਦੈਸਟ ਕਿਹੜਾ ਹੈਗਾ? ਜੂਪੀਟਰ, ਸੈਟਰਨ, ਯੂਰੇਨਸ ਅਤੇ ਨੈਪਚੂਨ। ਠੀਕ ਹੈ ਜੀ, ਤਾਂ ਇਹਨਾਂ 'ਚੋਂ ਆਨਸਰ ਕੀ ਆਊਗਾ? ਨੈਪਚੂਨ। ਤਾਂ ਆਨਸਰ ਨੰਬਰ 4 ਆਊਗਾ। ਜਿਹੜਾ ਆਪਣਾ ਨੈਪਚੂਨ ਹੈ ਇਹ ਸੂਰਜ ਤੋਂ ਸਭ ਤੋਂ ਦੂਰ ਹੈ, ਅਤੇ ਇੱਥੇ -225 ਤੱਕ ਮਤਲਬ ਜਿਹੜਾ ਉਹ ਟੈਂਪਰੇਚਰ ਹੈ ਚੱਲ ਜਾਂਦਾ ਮਾਈਨਸ। ਠੀਕ ਹੈ ਜੀ, ਤਾਂ ਕਰਕੇ ਇੱਥੇ ਬਰਫਾਂ ਪੈਂਦੀਆਂ ਰਹਿੰਦੀਆਂ। ਇਹ ਮਤਲਬ 12 ਮਹੀਨੇ 30 ਦਿਨ ਆਪਾਂ ਕਹਿ ਸਕਦੇ ਹਾਂ ਕਿ ਇਹ ਬਰਫਾਂ ਦੇ ਨਾਲ ਲੱਦਿਆ ਰਹਿੰਦਾ ਇਹ ਜਿਹੜਾ ਗ੍ਰਹਿ ਆ। ਠੀਕ ਹੈ ਜੀ, ਤਾਂ ਕਿਉਂਕਿ ਇਹ ਸੂਰਜ ਤੋਂ ਸਭ ਤੋਂ ਦੂਰ ਹੈ ਨੈਪਚੂਨ। ਠੀਕ ਹੈ ਜੀ, ਐਂਡ ਵਾਲਾ ਗ੍ਰਹਿ ਹੈ। ਠੀਕ ਹੈ, ਟੋਟਲ ਆਪਣੇ 8 ਪਲੈਨਟ ਨੇ, ਤਾਂ ਲਾਸਟ ਵਾਲਾ ਪਲੈਨਟ ਆਪਣਾ ਨੈਪਚੂਨ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ। ਆਨਸਰ ਨੰਬਰ 4 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪੰਜਵਾਂ ਵੱਡਾ ਗ੍ਰਹਿ ਕਿਹੜਾ ਹੈ? 5th ਲਾਰਜੈਸਟ ਪਲੈਨਟ ਇਜ਼ ਜੂਪੀਟਰ, ਸੈਟਰਨ, ਅਰਥ ਜਾਂ ਮੈਰਕਰੀ। ਪਹਿਲਾਂ ਤਾਂ ਤੁਹਾਨੂੰ ਮੈਂ ਦੱਸਤਾ ਕਿ ਜੂਪੀਟਰ ਹੈ ਆਪਣਾ। ਠੀਕ ਹੈ ਜੀ, ਜੂਪੀਟਰ ਸਭ ਤੋਂ ਵੱਡਾ ਗ੍ਰਹਿ ਹੈ। ਤਾਂ ਪੰਜਵਾਂ ਜਿਹੜਾ ਉਹ ਆਪਣੀ ਅਰਥ, ਇਹ 5ਵੇਂ ਨੰਬਰ 'ਤੇ ਆਉਂਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਹਦਾ ਆਨਸਰ ਆਊਗਾ ਅਰਥ, ਜਿਹਨੂੰ ਕਿ ਆਪਾਂ ਬਲੂ ਪਲੈਨਟ ਕਹਿ ਦਿੰਦੇ ਹਾਂ। ਤਾਂ ਆਨਸਰ ਨੰਬਰ 3 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੁਮਾਯੂੰਨਾਮਾ ਦੀ ਰਚਨਾ ਕਿਸ ਨੇ ਕੀਤੀ? ਹੁਮਾਯੂੰਨਾਮਾ ਇਜ਼ ਰਿਟਨ ਬਾਈ ਹੋਮ। ਤਾਂ ਹੁਮਾਯੂੰਨਾਮਾ ਦੀ ਰਚਨਾ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਹੁਮਾਯੂੰ, ਗੁਲਬਦਨ ਬੇਗਮ, ਅਬੁਲ ਫਜ਼ਲ ਜਾਂ ਫੈਜ਼ੀ। ਤਾਂ ਹੁਮਾਯੂੰਨਾਮਾ ਦੀ ਰਚਨਾ ਇਹਦੀ ਸਿਸਟਰ ਨੇ ਕੀਤੀ ਸੀ, ਹੁਮਾਯੂੰ ਦੀ ਨੇ, ਗੁਲਬਦਨ ਬੇਗਮ ਨੇ। ਠੀਕ ਹੈ ਜੀ, ਤਾਂ ਆਨਸਰ ਨੰਬਰ 2 ਆਊਗਾ। ਤਾਂ ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦਾ ਆਨਸਰ ਨੰਬਰ 2। ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ। ਬਟਰਫਲਾਈ ਸ਼ਬਦ ਕਿਸ ਖੇਡ ਨਾਲ ਸੰਬੰਧਿਤ ਹੈ? ਦ ਵਰਡ ਬਟਰਫਲਾਈ ਇਜ਼ ਐਸੋਸੀਏਟਡ ਵਿਦ ਵਿਚ ਸਪੋਰਟ? ਕ੍ਰਿਕਟ, ਫੁੱਟਬਾਲ, ਸਵਿਮਿੰਗ ਜਾਂ ਵਾਲੀਬਾਲ। ਤਾਂ ਇਹ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ, ਤਾਂ ਕਰਕੇ ਮੈਂ ਇਹਦੇ ਵਿੱਚ ਐਡ ਕੀਤਾ। ਇਹ ਕੁਐਸਚਨ ਵੀ ਤੁਹਾਨੂੰ ਪੁੱਛੇ ਜਾਂਦੇ ਨੇ ਸਪੋਰਟਸ ਦੇ ਵਿੱਚੋਂ। ਠੀਕ ਹੈ ਜੀ, ਤਾਂ ਬਟਰਫਲਾਈ ਇੱਕ ਸ਼ਬਦ ਹੈ, ਤਾਂ ਤੁਸੀਂ ਇਮੈਜਿਨ ਵੀ ਕਰ ਸਕਦੇ ਹੋ ਕਿ ਕਾਹਦੇ ਨਾਲ ਹੋ ਸਕਦਾ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਸਵਿਮਿੰਗ ਨਾਲ। ਠੀਕ ਹੈ ਜੀ, ਤਾਂ ਬਟਰਫਲਾਈ ਕਿਉਂਕਿ ਸਵਿਮਿੰਗ ਕਰਦੇ ਹਾਂ ਆਪਾਂ, ਦੋਨੋਂ ਬਾਹਾਂ ਦਾ ਪ੍ਰਯੋਗ ਕਰਦੇ ਹਾਂ ਬਟਰਫਲਾਈ ਦੇ ਵਾਂਗ, ਤਾਂ ਸਵਿਮਿੰਗ ਇਹਦਾ ਆਨਸਰ ਆਊਗਾ, ਆਨਸਰ ਨੰਬਰ 3। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਆਪਰੇਸ਼ਨ ਮੇਘਦੂਤ ਕਿਸ ਨਾਲ ਸੰਬੰਧਿਤ ਹੈ? ਆਪਰੇਸ਼ਨ ਮੇਘਦੂਤ ਇਜ਼ ਰਿਲੇਟਡ ਟੂ ਸਿਆਚਨ ਗਲੇਸ਼ੀਅਰ, ਪਾਕਿਸਤਾਨ, ਚਾਈਨਾ ਜਾਂ ਨੇਪਾਲ। ਠੀਕ ਹੈ ਜੀ, ਇਹ ਉਹ ਕੁਐਸਚਨ ਨੇ ਜਿਹੜੇ ਸਟੈਟਿਕ ਨੇ, ਜਿਹੜੇ ਵਾਰ-ਵਾਰ ਤੁਹਾਨੂੰ ਪੁੱਛੇ ਜਾਣਗੇ। ਠੀਕ ਹੈ ਜੀ, ਅੱਗੇ ਵੀ ਤੁਹਾਨੂੰ ਪੁੱਛੇ ਜਾਣਗੇ। ਸਟੈਟਿਕ ਜੀਕੇ ਤੁਹਾਡੀ ਜੇ ਤੁਸੀਂ ਕਲੀਅਰ ਕਰਨੀ ਹੈ ਤਾਂ ਆਪਣਾ ਇੱਕ ਵੀ ਸੈਸ਼ਨ ਤੁਸੀਂ ਲੂਸੈਂਟ ਜੀਕੇ ਦਾ ਮਿਸ ਨਾ ਕਰਿਓ। ਠੀਕ ਹੈ ਜੀ, ਤੁਹਾਡਾ ਇੱਕ ਇੱਕ ਫੈਕਟ ਆਪਾਂ ਕਵਰ ਕਰਵਾ ਦੇਣਾ। ਠੀਕ ਹੈ ਜੀ, ਜਿੰਨੇ ਵੀ ਲੂਸੈਂਟ ਦੇ ਕੁਐਸਚਨ ਨੇ। ਤਾਂ ਆਪਰੇਸ਼ਨ ਜਿਹੜਾ ਮੇਘਦੂਤ ਹੈ ਇਹ ਰਿਲੇਟਡ ਹੈ ਆਪਣੇ ਸਿਆਚਨ ਗਲੇਸ਼ੀਅਰ ਦੇ ਨਾਲ। ਠੀਕ ਹੈ ਜੀ, ਤਾਂ ਆਨਸਰ ਨੰਬਰ 1 ਆਊਗਾ ਤੁਹਾਡਾ। ਸਿਆਚਨ ਗਲੇਸ਼ੀਅਰ ਦੇ ਨਾਲ ਇਹ ਰਿਲੇਟਡ ਹੈਗਾ ਆਪਰੇਸ਼ਨ ਮੇਘਦੂਤ। ਤਾਂ ਆਨਸਰ ਨੰਬਰ 1।
ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ ਭਾਬਾ ਨਿਊਕਲੀਅਰ ਰਿਸਰਚ ਸੈਂਟਰ ਕਿੱਥੇ ਸਥਿਤ ਹੈ। ਠੀਕ ਹੈ ਜੀ, ਤਾਂ ਭਾਬਾ ਨਿਊਕਲੀਅਰ ਰਿਸਰਚ ਸੈਂਟਰ ਇਜ਼ ਸਿਚੁਏਟਡ ਇਨ ਮੁੰਬਈ, ਕਲਕੱਤਾ, ਮਦਰਾਸ ਜਾਂ ਬੈਂਗਲੁਰੂ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ, ਮੁੰਬਈ ਦੇ ਵਿੱਚ ਹੈ। ਠੀਕ ਹੈ ਜੀ, ਮੁੰਬਈ ਦੇ ਵਿੱਚ ਹੈ ਇਹ, ਤਾਂ ਆਨਸਰ ਨੰਬਰ 1 ਆਊਗਾ। ਕਦੋਂ ਇਹਦੀ ਇਸਟੈਬਲਿਸ਼ਮੈਂਟ ਹੋਈ ਹੈ? 1954 ਦੇ ਵਿੱਚ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਬਣ ਜਾਂਦਾ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਸਿਰਫ 15 ਕੁਐਸਚਨ ਰੱਖੇ ਨੇ, ਬਟ ਜਿਹੜੇ ਆਪਣੇ ਇਸ ਤੋਂ ਪਿਛਲੇ ਸੈਸ਼ਨ ਨੇ ਉਹਦੇ ਵਿੱਚ ਆਪਾਂ ਜਿਹੜੇ ਮਤਲਬ ਕੁਛ ਦਿਨਾਂ ਤੋਂ ਸਟਾਰਟ ਕੀਤੇ ਨੇ ਉਹਨਾਂ ਦੇ ਵਿੱਚ ਆਪਾਂ 20 ਕੁਐਸਚਨ ਡਿਸਕਸ ਕੀਤੇ ਨੇ, ਅਤੇ ਅੱਗੇ ਵੀ ਜਿੰਨੇ ਆਪਣੇ ਸੈਸ਼ਨ ਆਉਣਗੇ ਉਹ ਸਾਰਿਆਂ ਦੇ ਵਿੱਚ 20 ਕੁਐਸਚਨ ਹੀ ਤੁਹਾਨੂੰ ਮਿਲਿਆ ਕਰਨਗੇ, ਅਤੇ ਨਾਲ ਦੀ ਨਾਲ ਆਪਾਂ ਉਹਨਾਂ ਦੇ ਫੈਕਟ ਵੀ ਕਲੀਅਰ ਕਰਿਆ ਕਰਾਂਗੇ। ਠੀਕ ਹੈ ਜੀ, ਤਾਂ ਕਰਕੇ ਤੁਸੀਂ ਆਪਣੇ ਜਿਹੜੇ ਸੈਸ਼ਨ ਹੈ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ, ਸਾਰੇ ਸੈਸ਼ਨ ਬੈਕ ਟੂ ਬੈਕ ਲਗਾਓ, ਤੁਹਾਡੀ ਸਟੈਟਿਕ ਜੀਕੇ ਹੈ ਜਿਹੜੀ ਉਹ ਕਵਰ ਹੋ ਜਾਣੀ ਹੈ। ਅਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਉਹ ਕੁਐਸਚਨ ਵੀ ਰੱਖਦੇ ਹਾਂ ਜਿਵੇਂ ਕਿ ਹਿਸਟਰੀ, ਪੋਲਿਟੀ, ਜੋਗਰਾਫੀ, ਸਪੋਰਟਸ, ਸਿਨੇਮਾ, ਬਾਇਓਲੋਜੀ, ਜਿੰਨੇ ਵੀ ਤੁਹਾਡੇ ਸਾਇੰਸ ਦੇ, ਠੀਕ ਹੈ ਜੀ, ਉਹ ਸਾਰੇ ਕੁਐਸਚਨ ਆਪਾਂ ਇਹਦੇ ਵਿੱਚ ਅਟੈਂਪਟ ਕਰਾਂਗੇ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗਦੇ ਉਹਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਫਾਇਦਾ ਹੋ ਸਕੇ। ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓਜ਼ ਕਿਵੇਂ ਲੱਗਦੀਆਂ ਨੇ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।